ਧਰਨਾਨੀ ਸਾਹਿਬ ਆ ਲੋਕਾਂ ਦੇ ਅੰਦਰ ਇੱਕ ਜਾਗਰੂਕਤਾ ਲਹਿਰ ਚਲਾਉਣ ਵਾਸਤੇ ਤਾਂ ਕਿ ਕਿਸਾਨ ਨੂੰ ਪਤਾ ਲੱਗੇ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਰੇ ਹਿੰਦੁਸਤਾਨ ਦੇ ਕਿਸਾਨ ਨੂੰ ਤੇ ਖਾਸ ਤੌਰ ਤੇ ਮੈਂ ਸਮਝਦਾ ਪੰਜਾਬ ਦੇ ਕਿਸਾਨ ਨੂੰ ਅੱਜ ਸ਼ਾਬਾਸ਼ੀ ਦੇਣ ਦੀ ਜ਼ਰੂਰਤ ਸੀਗੀ। ਕਰੋਨਾ ਦੇ ਵਿੱਚ ਜਿੱਥੇ ਸਾਰਾ ਹਿੰਦੁਸਤਾਨ ਤਾਲਾਬੰਦ ਹੋਇਆ ਖੜਾ ਹੈ, ਸਾਰੀ ਜਿੰਨੀ ਵੀ ਇੰਡਸਟਰੀਜ਼ ਹੈ ਸਾਰੀਆਂ ਬੰਦੀ ਦੀ ਕਾਗਾਰ ਤੇ ਨੁਕਸਾਨ ਦੇ ਕਾਗਾਰ ਤੇ ਖੜੀਆਂ ਹੈ। ਕੱਲਮ ਕੱਲਾ ਅਗਰ ਹਿੰਦੁਸਤਾਨ ਦੇ ਅੰਦਰ ਕੋਈ ਇਦਾਰਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ, ਲੋਕਾਂ ਦੇ ਢਿੱਡ ਪਾਲ ਰਿਹਾ, ਉਹ ਕਿਸਾਨੀ ਸੀਗਾ। ਤੇ ਕਿਸਾਨ ਨੇ ਇਸ ਮੌਕੇ ਤੇ ਦੇਸ਼ ਦੇ ਨਾਲ ਜਿੱਥੇ ਪਹਿਲਾਂ ਵੀ ਢਿੱਡ ਭਰਦਾ ਰਿਹਾ, ਹੁਣ ਵੀ ਕਿਸਾਨ ਦੀ ਮਿਹਨਤ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕਰੋਨਾ ਲੱਗਿਆ ਤੇ ਸਾਰੇ ਲੋਕਾਂ ਵਾਸਤੇ 3-3 ਮਹੀਨਿਆਂ ਦਾ ਅਨਾਜ ਵੀ ਉਹਨਾਂ ਨੂੰ ਵੰਡਣ ਦਾ ਕਹਿਤਾ। ਆਹ ਸਾਰਾ ਕੁਝ ਕਿਸਾਨ ਕਰਕੇ ਸੀਗਾ। ਕਿਸਾਨ ਨੂੰ ਸ਼ਾਬਾਸ਼ ਦੇਣ ਦੀ ਲੋੜ ਸੀ। ਬੰਦੀ ਦੇ ਹਾਲਾਤ 'ਚ ਵੀ 1 ਕਰੋੜ 27 ਲੱਖ ਟਨ ਕਣਕ ਪੰਜਾਬ ਦੀ ਚੱਕੀ ਗਈ। ਕਿਸਾਨ ਦੀ ਇੱਕ ਦਾਣਾ ਚੱਕਿਆ ਗਿਆ ਬਿਨਾਂ ਕਿਸੇ ਪਰੇਸ਼ਾਨੀ ਦੇ। ਉਹਦੀ ਪੇਮੈਂਟ ਜਿਹੜੀ ਹੈ ਕਰੀਬਨ 26,000 ਕਰੋੜ ਰੁਪਈਆ ਕਿਸਾਨ ਦੀ ਜੇਬ 'ਚ ਆਇਆ। ਇਸ ਕਰਕੇ ਹੋਇਆ ਵੀ ਪੰਜਾਬ ਸਰਕਾਰ ਕੋਲ ਇੱਥੇ ਪੂਰਾ ਇੰਤਜ਼ਾਮ ਹੈ, ਮੰਡੀਆਂ ਹੈ, ਸਾਡੀ ਐਡਮਿਨਿਸਟ੍ਰੇਸ਼ਨ ਹੈ, ਸਾਨੂੰ ਇਸ ਗੱਲ ਦਾ ਐਕਸਪੀਰੀਅੰਸ ਹੈ। ਪੰਜਾਬ ਦੇ ਕਿਸਾਨ ਜਿਹੜੇ ਹੈ ਮਿਹਨਤ ਆਪਣੇ ਖੂਨ ਪਸੀਨੇ ਨਾਲ ਫਸਲ ਲੈ ਕੇ ਆਉਂਦੇ ਹੈ ਤੇ ਉਸ ਫਸਲ ਨੂੰ FCI MSP ਦੇ ਉੱਤੇ ਖਰੀਦਦੀ ਹੈ। ਆਹ ਜਿਹੜੀ ਹੁਣ ਸਾਜ਼ਿਸ਼ ਹੋ ਰਹੀ ਹੈ, ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਦੀ BJP ਦੀ ਸਰਕਾਰ ਲੈ ਕੇ ਆਈ ਹੈ, ਉਹਨਾਂ ਦੀ ਨੀਅਤ ਜਿਹੜੀ ਹੈ MSP ਨੂੰ ਖਤਮ ਕਰਨ ਦੀ ਹੈ। ਇੱਕ ਝਟਕੇ 'ਚ ਨਹੀਂ, ਇਨ ਫੇਜ਼ਿਸ ਹੌਲੀ ਹੌਲੀ ਕਰਕੇ ਇਹਨੂੰ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਹੈ, ਜਿਹਦੇ ਤਹਿਤ ਆ ਸਾਰੇ ਕਾਲੇ ਕਾਨੂੰਨ ਦੇਸ਼ ਬੰਦ ਪਿਆ। ਚੀਨ ਦੇ ਨਾਲ ਲੜਾਈ ਲੱਗਣ ਦੇ ਆਸਾਰ ਬਣੇ ਖੜੇ ਆ। ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਆ। ਉਹਨਾਂ ਦੇ ਬਾਵਜੂਦ ਇੱਕ ਕਾਲਾ ਕਾਨੂੰਨ ਆਰਡੀਨੈਂਸ ਦੇ ਜ਼ਰੀਏ ਲੈ ਕੇ ਆਏ ਹੈ। ਇਹਦੇ ਵਿੱਚ ਆਪਣੇ ਆਪ ਹੀ ਕਲੀਅਰ ਹੁੰਦਾ ਵੀ ਕੋਈ ਨਾ ਕੋਈ ਮਨਸ਼ਾ ਜਿਹੜੀ ਹੈ ਉਹਨਾਂ ਦੀ ਇਸ ਕਿਸਮ ਦੀ ਹੈ। ਜਿਹੜੇ ਪਾਰਲੀਮੈਂਟ 'ਚ ਗੱਲ ਕਰਨ ਤੋਂ BJP ਸਰਕਾਰ ਕਤਰਾ ਰਹੀ ਸੀ, ਕਿਉਂਕਿ ਬਹੁਤ ਸਾਰੇ ਜਵਾਬ ਦੇਣੇ ਪੈਣੇ ਸੀ। ਕੋਈ ਇੱਕ ਮਿੰਟ ਸਰ, ਜਦੋਂ ਤਾਈਂ ਸਰਕਾਰੀ ਖਰੀਦ ਨਹੀਂ ਹੁੰਦੀ MSP ਦਾ ਕੋਈ ਮਾਇਨਾ ਨਹੀਂ। ਕੱਲ੍ਹ ਅਸੀਂ ਇੱਕ ਵੀਡੀਓ ਮੈਨੂੰ ਕਿਸੇ ਨੇ ਸ਼ੇਅਰ ਕੀਤੀ ਸੀ, ਹੁਸ਼ਿਆਰਪੁਰ ਮੰਡੀ ਦੀ ਵੀਡੀਓ ਸੀਗੀ ਤੇ ਉਹਨਾਂ ਨੇ ਦਿਖਾਇਆ ਵੀ ਕਿਸਾਨ ਕਹਿ ਰਿਹਾ ਸੀ ਵੀ 600 ਰੁਪਏ 'ਚ ਜੇ ਮੇਰੀ ਢੇਰੀ ਵਿਕਦੀ ਹੈ ਤਾਂ ਇਹਦੇ ਨਾਲੋਂ ਤਾਂ ਅਸੀਂ ਡੰਗਰਾਂ ਨੂੰ ਪਾ ਦਿਆਂਗੇ, ਆਪ ਬੋਲੀ ਬੰਦ ਕਰਾਓ। ਮੈਂ ਅੱਜ ਇੱਥੇ ਆਏ ਕਿਸਾਨਾਂ ਨੂੰ ਦੱਸਣ ਆਇਆ ਵੀ ਸਾਥੀਓ ਜਾਗਰੂਕ ਹੋ ਜਾਓ। ਆਹ ਕੋਈ ਰਾਜਨੀਤਿਕ ਮਸਲਾ ਨਹੀਂ। ਅੱਜ ਮੱਕੀ 600 ਰੁਪਏ ਵਿਕ ਰਹੀ ਹੈ, ਰੁਲਦੀ ਫਿਰਦੀ ਹੈ ਇੱਥੇ। ਜੇ BJP ਦੀ ਸਾਜ਼ਿਸ਼ ਕਾਮਯਾਬ ਹੋਗੀ ਤਾਂ ਕਣਕ ਵੀ ਇਸੇ ਤਰ੍ਹਾਂ ਰੁਲੂਗੀ ਇੱਥੇ, ਕਿਉਂਕਿ ਕਣਕ ਅਗਰ ਚੱਕੀ ਜਾਂਦੀ ਹੈ ਇੱਕ ਦਾਣਾ ਇਸ ਕਰਕੇ ਚੱਕੀ ਜਾਂਦੀ ਹੈ ਵੀ ਜੀ ਹੁਣ ਕਾਂਗਰਸ ਸਰਕਾਰ ਨੇ ਜਿਹੜੀ MSP ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਹਿਸਾਬ ਨਾਲ ਪ੍ਰਣਾਲੀ ਬਣਾਈ ਸੀ ਵੀ ਸਰਕਾਰੀ ਖਰੀਦ ਹੋਊਗੀ ਝੋਨੇ ਦੀ ਤੇ ਕਣਕ ਦੀ, ਇਸ ਕਰਕੇ ਇੱਕ ਦਾਣਾ ਚੱਕਿਆ ਜਾਂਦਾ। ਪਰ ਜੋ ਸਾਜ਼ਿਸ਼ ਹੋ ਰਹੀ ਹੈ ਉਹਦੇ ਤਹਿਤ ਕਿਸਾਨ ਦੀ ਕਣਕ ਤੇ ਝੋਨਾ ਇੱਥੇ ਮੰਡੀਆਂ 'ਚ ਰੁਲਦਾ ਹੋਊਗਾ। ਹੌਲੀ ਹੌਲੀ ਫੇਜ਼ਿਸ 'ਚ ਕਰਨਗੇ। ਜਿਹਦੀ ਬਿਉਂਤਬੰਦੀ ਇਹਨਾਂ ਨੇ ਕਰਤੀ, ਆ ਜਿਹੜੇ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਮੰਡੀਆਂ ਬਣਾਉਣ ਦੀ, ਦੂਜੀ ਕੰਪਨੀਆਂ ਨੂੰ ਇੱਥੇ ਆ ਕੇ ਸਟੋਰ ਕਰਨ ਦੀ, ਉਹਨਾਂ ਨੂੰ ਵੇਚਣ ਦੀ ਬਿਨਾਂ ਲਾਇਸੈਂਸ ਤੇ ਕੰਟਰੈਕਟ ਫਾਰਮਿੰਗ ਦੀ, ਖੇਤੀ ਤੋਂ ਲੈ ਕੇ ਟੇਬਲ ਤਾਈਂ ਪਹੁੰਚਣ ਤਾਈਂ ਦਾ ਸਾਰਾ ਜਿਹੜਾ ਕੰਮ ਹੈ ਵੱਡੇ ਸਾਹੂਕਾਰਾਂ ਦੇ ਹੱਥ 'ਚ ਜਾਂਦਾ ਰਹੂਗਾ। ਤੇ ਕਿਸਾਨ ਜਿਹੜਾ ਅੱਜ ਆਪਣੇ ਚਾਹੇ ਉਹਦੇ ਕੋਲ 1 ਏਕੜ ਜ਼ਮੀਨ ਹੈ, ਚਾਹੇ ਉਹਦੇ ਕੋਲ 5 ਏਕੜ ਜ਼ਮੀਨ ਹੈ, ਉਹ ਆਪਣੀ ਜ਼ਮੀਨ ਦਾ ਮਾਲਕ ਹੈ। ਜਿਸ ਦਿਨ ਇੱਥੇ ਵੱਡੇ ਸਾਹੂਕਾਰ ਆ ਗਏ, ਉਹ ਜਿਹੜਾ ਮਾਲਕ ਹੈ ਉਹ ਮਜ਼ਦੂਰ ਬਣ ਜੂਗਾ। ਫਿਰ ਬਿਹਾਰ ਤੋਂ ਮਜ਼ਦੂਰ ਬਣਾਉਣ ਦੀ ਲੋੜ ਨਹੀਂ ਪੈਣੀ। ਸਾਡੇ ਕਿਸਾਨ ਇੱਥੇ ਮਜ਼ਦੂਰੀ ਕਰਿਆ ਕਰਨਗੇ, ਅਡਾਨੀਆਂ ਤੇ ਅੰਬਾਨੀਆਂ। ਸਰ, ਕੱਲ ਮੁੱਖ ਮੰਤਰੀ ਸਾਹਿਬ ਨੇ ਇੱਕ ਬੈਠਕ ਕੀਤੀ, ਸਰਬਦਲੀ ਬੈਠਕ, ਜਿਹਦੇ ਵਿੱਚ ਫੈਸਲਾ ਲਿਆ ਕਿ PM ਸਾਹਿਬ ਨੂੰ ਜਿਹੜਾ ਹੈਗਾ ਇੱਕ ਪ੍ਰਤੀਨਿਧੀ ਮੰਡਲ ਮਿਲੇਗਾ, ਲੇਕਿਨ ਭਾਜਪਾ ਤੇ ਅਕਾਲੀ ਦਲ ਇਸ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਲ ਨਹੀਂ ਹੋ ਰਹੇ। ਕੁਰਸੀ ਦਾ ਲਾਲਚ ਸਤਾ ਰਿਹਾ ਹੈ ਅਕਾਲੀ ਪਾਰਟੀ ਨੂੰ। ਸੁਖਬੀਰ ਬਾਦਲ 2 ਕਿਸ਼ਤੀਆਂ ਤੇ ਸਵਾਰ ਹੋਣਾ ਚਾਹੁੰਦੇ ਆ। ਦਬੀ ਜਵਾਨ 'ਚ ਕਹਿੰਦੇ ਦੇ ਇਸ ਕਿਸਾਨ ਦੇ ਨਾਲ ਆ, ਪਰ ਉਧਰ ਕੁਰਸੀ ਦਾ ਜਿਹੜਾ ਲਾਲਚ ਹੈ, ਇਸ ਕਰਕੇ ਇਹਨਾਂ ਕਾਲੇ ਕਾਨੂੰਨ ਦੇ ਖਿਲਾਫ ਬੋਲਣ ਤੋਂ ਵੀ ਡਰਦੇ ਆ। ਅੱਜ ਮੈਂ ਕੱਲ੍ਹ ਵੀ ਆਹੀ ਗੱਲ ਉੱਥੇ ਕੀਤੀ ਸੀ ਸਰਵਦਲੀय ਮੀਟਿੰਗ ਦੇ ਅੰਦਰ। ਅਕਾਲੀ ਦਲ ਚਾਹੇ ਸਾਡੀ ਵਿਰੋਧੀ ਪਾਰਟੀ ਹੈ, ਪਰ ਉਹਦਾ ਜਿਹੜਾ ਇਤਿਹਾਸ ਹੈ ਸੰਘਰਸ਼ ਤੋਂ ਨਿਕਲਿਆ ਹੈ। ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਜਾਨਾਂ ਗਵਾਈਆਂ, ਜੇਲ੍ਹ 'ਚ ਗਏ ਹੈ, ਡਾਂਗਾਂ ਖਾਧੀਆਂ, ਪਰ ਉਹ ਅਕਾਲੀ ਦਲ ਹੋਰ ਸੀਗਾ। ਅੱਜ ਦਾ ਅਕਾਲੀ ਦਲ ਹੈ ਉਹਨਾਂ ਵਾਸਤੇ ਕੁਰਸੀ ਛੱਡਣਾ
ਕੇਂਦਰ ਦੇ ਅੰਦਰ ਫੂਡ ਪ੍ਰੋਸੈਸਿੰਗ ਮੰਤਰਾਲਾ ਛੱਡਣਾ ਹੀ ਬਹੁਤ ਵੱਡੀ ਬਲੀਦਾਨ ਹੈ। ਜਿਹੜੇ ਬਲੀਦਾਨ ਕੁਰਸੀ ਛੱਡਣ ਨੂੰ ਬਲੀਦਾਨ ਸਮਝਣ ਲੱਗੇ ਉਹ ਕਿਸਾਨਾਂ ਨਾਲ ਕਿੱਥੇ ਖੜਨਗੇ। ਅੱਜ ਮਸਲਾ ਬੜਾ ਸਿੰਪਲ ਹੈ, ਕਿਸਾਨ ਨੂੰ ਜਾਗਰੂਕ ਹੋਣਾ ਪਊਗਾ, ਸਾਰੇ ਕਿਸਾਨਾਂ ਨੂੰ ਲਾਮਬੰਦ ਹੋਣਾ ਪਊਗਾ। ਅਦਰਵਾਈਜ਼ ਬੀਜੇਪੀ ਤੇ ਇਹਨਾਂ ਦੇ ਭਾਈਵਾਲ ਅਕਾਲੀ ਦਲ ਪੰਜਾਬ ਦੇ ਕਿਸਾਨ ਨੂੰ ਮਜ਼ਦੂਰ ਬਣਾ ਕੇ ਛੱਡਣ। ਸਰ ਅੱਜ ਤੁਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਹੋ, ਪਰ ਕਿਸਾਨਾਂ ਦੀ ਇੱਕ ਦੂਸਰੀ ਸਾਰਿਆਂ ਨਾਲੋਂ ਵੱਡੀ ਸਮੱਸਿਆ ਹੈ ਵੀ ਪ੍ਰਵਾਸੀ ਮਜ਼ਦੂਰ ਨਹੀਂ ਹੈਗੇ। ਕਰੋਨਾ ਦੇ ਵਿੱਚ ਸੂਬਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ 'ਚ ਕਿੰਨੀ ਸਾਰਥਕ ਸਾਬਤ ਹੋਈ ਤੇ ਕਿੰਨੀ ਫੇਲ ਸਾਬਤ ਹੋਈ। ਹਿੰਦੁਸਤਾਨ ਲੋਕਤੰਤਰ ਹੈ, ਉਹ ਮਜ਼ਦੂਰੀ ਜ਼ਰੂਰ ਕਰਦੇ ਆ ਪਰ ਬੰਧੂਆ ਮਜ਼ਦੂਰ ਨਹੀਂ। ਉਹ ਸਾਡੇ ਮਹਿਮਾਨ ਹੈ, ਸਾਡੇ ਪੰਜਾਬ ਦੇ ਵਿਕਾਸ ਦੇ ਵਿੱਚ ਉਹਨਾਂ ਨੇ ਯੋਗਦਾਨ ਆਪਣਾ ਵੀ ਖੂਨ ਪਸੀਨਾ ਪਾਇਆ, ਚਾਹੇ ਮਜ਼ਦੂਰੀ ਕਰਨ ਆਪਣਾ ਘਰ ਛੱਡ ਕੇ ਇੱਥੇ ਆਏ ਹੈ। ਜਿਨ੍ਹਾਂ ਨੇ ਆਪਣੇ ਘਰ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ ਉਹਨਾਂ ਨੂੰ ਜਾਣ ਵਾਸਤੇ ਪ੍ਰਬੰਧ ਕਰਾਉਣਾ ਸਾਡਾ ਫਰਜ਼ ਸੀਗਾ। ਨਹੀਂ ਤਾਂ 1200 ਕਿਲੋਮੀਟਰ ਇੱਕ 15 ਸਾਲ ਦੀ ਬੱਚੀ ਆਪਣੇ ਪਿਤਾ ਨੂੰ ਸਾਈਕਲ ਤੇ ਬਿਠਾ ਕੇ ਲੈ ਕੇ ਜਾਵੇ, ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਸ਼ਰਮ ਦਾ ਮੁਕਾਮ ਹੈ। ਅਸੀਂ ਨਹੀਂ ਸੀ ਚਾਹੁੰਦੇ। ਅਸੀਂ ਪੰਜਾਬੀ ਜਿਹੜੇ ਆ, ਅਸੀਂ ਆਪਣੇ ਭਾਈਚਾਰੇ ਦੀ, ਮਹਿਮਾਨਾਂ ਦੀ, ਆਪਣੇ ਬੰਦਿਆਂ ਦੀ ਕਦਰ ਕਰਨਾ ਜਾਣਦੇ। ਇਸ ਕਰਕੇ ਉਹਨਾਂ ਲੋਕਾਂ ਨੂੰ ਘਰ ਜਾਣ ਦੀ ਇਜਾਜ਼ਤ ਭੇਜਿਆ ਗਿਆ ਜਿਹੜੇ ਜਾਣਾ ਚਾਹੁੰਦੇ ਸੀ। ਸਰ ਤੁਸੀਂ ਕਹਿੰਦੇ ਹੋ ਸਾਡੇ ਮਹਿਮਾਨ ਸੀ, ਪਰ ਮਹਿਮਾਨ ਤਾਂ ਸਰ ਰੋਂਦੇ ਬਿਲਕਦੇ ਪੈਦਲ ਵਾਪਸ ਗਏ ਸਰ ਸੂਬੇ ਦੇ ਲੋਕ। ਸਭ ਇੱਥੋਂ 35 ਕਰੋੜ ਰੁਪਏ ਦੇ ਨਾਲ ਕਰੀਬਨ 500 ਸ਼ਰਮਿਕ ਐਕਸਪ੍ਰੈਸ ਭੇਜੀਆਂ ਗਈਆਂ। ਕਿਸੇ ਹੋਰ ਸੂਬੇ ਦੀ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਕੇਂਦਰ ਸਰਕਾਰ ਨੇ ਝਗੜਾ ਕਰਨ ਦੇ ਬਾਅਦ ਇੰਨੀਆਂ ਸਾਨੂੰ ਗੱਡੀਆਂ ਦਿੱਤੀਆਂ ਨਹੀਂ, ਗੱਡੀਆਂ ਵੀ ਨਹੀਂ ਦੇ ਰਹੇ ਸੀ। ਉਹਨਾਂ ਨੂੰ ਮੁਫਤ ਦੇਣੀ ਚਾਹੀਦੀ ਸੀ। ਉਹ ਹਿੰਦੁਸਤਾਨ ਦੇ ਵਾਸੀ ਹੈ, ਚਾਹੇ ਪੰਜਾਬ ਦੇ ਸੀ ਚਾਹੇ ਬਿਹਾਰ ਦੇ ਸੀਗੇ। ਗਰੀਬ ਕਰਕੇ ਦੇਖੋ, ਸਾਰੇ ਕਹਿੰਦੇ ਸੀ ਵੀ ਬਿਮਾਰੀ ਨਾ ਅਮੀਰ ਦੇਖਦੀ ਨਾ ਗਰੀਬ ਦੇਖਦੀ। ਮੋਦੀ ਸਾਹਿਬ ਨੇ ਕਰੋਨਾ ਨੂੰ ਇਹ ਜਿਹਾ ਬਣਾਤਾ ਵੀ ਸਿਰਫ ਗਰੀਬਾਂ ਦੇ ਉੱਤੇ ਮਾਰ ਪਈ ਹੈ, ਅਮੀਰ ਨੂੰ ਤਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਅੱਜ ਜਿਹੜੀ ਕਿਸਾਨਾਂ ਦੀ ਜਿਹੜੀ ਗੱਲ ਕਰਨੀ ਹੈ ਸਾਹਿਬ, ਤੁਸੀਂ ਦੂਜੇ ਪਾਸੇ ਨਾ, ਅੱਜ ਜਿਹੜਾ ਇਸ਼ੂ ਬਹੁਤ ਗੰਭੀਰ ਹੈ ਇਹਦੇ ਵਿੱਚ, ਜਿੱਥੇ MSP ਦੀ ਸਰਕਾਰੀ ਖਰੀਦ ਬੰਦ ਹੋਣ ਜਾ ਰਹੀ ਹੈ ਉੱਥੇ ਦੂਜਾ ਜਿਹੜਾ ਮਸਲਾ ਅੱਜ ਸਾਹਮਣੇ ਹੈ, ਜਿਹੜਾ ਅੱਜ ਸਵਾਲ ਪੁੱਛਣ ਵਾਲਾ ਹੈ, ਤੇਲ ਦੇ ਜਿਹੜੀ ਅੱਗ ਲੱਗੀ ਪਈ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਅੰਦਰ ਤੇਲ ਦੀਆਂ, ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਜਾ ਰਹੀਆਂ, ਇੱਥੇ ਵਧਾਈ ਜਾ ਰਹੀ ਹੈ। ਝੋਨੇ ਦੇ ਅੰਦਰ ਸਭ, ਇੱਕ ਮਿੰਟ ਸੁਣ ਲਓ ਤੁਸੀਂ ਪਲੀਜ਼, ਜਿਹੜਾ MSP ਵਧਾਈ ਹੈ ਇਹਨਾਂ ਨੇ ਹੁਣ ਅਨਾਊਂਸ ਕੀਤਾ, ਝੋਨੇ ਦੇ ਅੰਦਰ 2.8% ਝੋਨੇ ਦੀ ਕੀਮਤ ਵਧਾਈ ਹੈ ਤੇ ਪਿਛਲੇ ਸਿਰਫ 15 ਦਿਨਾਂ ਦੇ ਅੰਦਰ ਡੀਜ਼ਲ ਦੀ ਕੀਮਤ 12% ਵਧਾਈ ਹੈ। ਉਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਲੈਣੀ ਪਊਗੀ। ਜਿਹੜਾ ਤੇਲ ਅੱਜ ਦੇਖੋ ਕਹਿੰਦੇ ਸੀ ਵੀ ਮੈਂ ਬੜਾ ਭਾਗਿਆਸ਼ਾਲੀ ਹੂੰ ਦੇਸ਼ ਕੇ ਲਈ, ਅੱਜ ਪਹਿਲੀ ਵਾਰੀ ਹੋਇਆ। ਅੱਜ ਇੱਥੇ ਦਾ ਰੇਟ ਮੈਨੂੰ ਪਤਾ ਨਹੀਂ, ਪਰ ਦਿੱਲੀ ਦੇ ਵਿੱਚ ਜਿਹੜਾ ਡੀਜ਼ਲ ਹੈ ਪੈਟਰੋਲ ਤੋਂ ਮਹਿੰਗਾ ਕਰਤਾ ਜਿਨ੍ਹਾਂ ਨੇ। ਆਹ ਇਹਨਾਂ ਦੀ ਕਾਮਯਾਬੀ ਹੈ। ਦੇਸ਼ ਸੰਕਟ ਤੋਂ ਲੜ ਰਿਹਾ, ਚੀਨ ਦੀ ਬਾਰਡਰ ਦੇ ਉੱਤੇ, ਨੇਪਾਲ ਸਾਨੂੰ ਅੱਖਾਂ ਦਿਖਾ ਰਿਹਾ, ਪਾਕਿਸਤਾਨ ਦੇ ਨਾਲ ਪਹਿਲਾਂ ਹੀ ਸਾਡਾ ਜੋ ਕੁਝ ਚੱਲ ਰਿਹਾ, ਉਹਨਾਂ ਦੇ ਬਾਵਜੂਦ ਇਸ ਕਾਲੇ ਕਾਨੂੰਨ ਨੂੰ ਜਿਹੜਾ ਲੈ ਕੇ ਆਏ ਹੈ, ਇਹਨਾਂ ਦੀ ਮਨਸ਼ਾ ਦੇ ਉੱਤੇ ਸ਼ੱਕ ਹੈ। ਇਹਦੇ ਕਰਕੇ ਕਿਸਾਨਾਂ ਨੂੰ ਜਾਗਰੂਕ ਹੋਣਾ ਪਊਗਾ। ਰਾਜਨੀਤਿਕ ਲੜਾਈਆਂ ਲੜੀਆਂ ਜਾਂਦੀਆਂ ਰਹਿਣਗੀਆਂ। ਅੱਜ ਹਰੇਕ ਪਾਰਟੀ ਨੂੰ ਸਾਬਿਤ ਕਰਨਾ ਪਊਗਾ ਵੀ ਉਹ ਕਿਸਾਨ ਨਾਲ ਖੜੇ ਹੈ ਜਾਂ ਆਪਣੀ ਕੁਰਸੀਆਂ ਨਾਲ ਖੜੇ। ਆਪਾਂ ਕਹਿਣਾ ਹੈ ਕਿ ਜਿਹੜਾ ਉਹ ਕਿਸਾਨ ਹਤਾਇਸ਼ੀ ਆ ਤੇ ਉਹ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਖੜੇ ਆ ਤੇ MSP ਬੰਦ ਨਹੀਂ ਹੋਣ ਦਿੱਤੀ ਜਾਏਗੀ। ਇਸ ਨੂੰ ਤੁਸੀਂ ਕਿਸ ਗੱਲ ਦੀ ਵੇਟ ਕਰੇ? ਦੇਖੋ, ਗਡਕਰੀ ਸਾਹਿਬ ਦਾ ਜਿਹੜਾ ਬਿਆਨ ਸੀਗਾ ਉਹਦੇ ਵਿੱਚ ਕਿਤੇ ਕੋਈ ਕਿੰਤੂ ਪਰੰਤੂ ਨਹੀਂ ਰਹੇਗੀ। ਗਡਕਰੀ ਸਾਹਿਬ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਵੀ ਜਿਹੜੀ MSP ਦੀ ਖਰੀਦ ਹੈ ਉਹ ਹਿੰਦੁਸਤਾਨ ਦੀ ਇਕਨੋਮੀ, ਅਰਥਚਾਰੇ ਦੇ ਉੱਤੇ ਬੋਝ ਹੈ। ਜਿਸ BJP ਨੂੰ ਕਿਸਾਨ ਬੋਝ ਲੱਗਣ ਲੱਗ ਗਿਆ, ਮੈਂ ਸਮਝਦਾ ਵੀ ਇਸ ਤੋਂ ਜ਼ਿਆਦਾ ਸਾਡੇ ਵਾਸਤੇ ਕੋਈ ਵੀ ਕਾਲਾ ਦਿਨ ਨਹੀਂ ਹੋ ਸਕਦਾ ਹਿੰਦੁਸਤਾਨ ਵਾਸਤੇ। ਉਹ ਕਿਸਾਨ ਜਿਹਨੇ ਹਿੰਦੁਸਤਾਨ ਦਾ ਪੇਟ ਭਰਿਆ, ਲਾਲ ਕਣਕ PL 480 ਦੇ ਤਹਿਤ ਅਮਰੀਕਾ ਤੋਂ ਆਉਂਦੀ ਸੀ, ਉਹ ਅੱਜ ਸਾਰੇ ਗੋਦਾਮ ਭਰੇ ਪਏ ਹੈ। ਉਹਨਾਂ ਨੂੰ ਗਡਕਰੀ ਸਾਹਿਬ ਕਹਿ ਰਹੇ ਹੈ, BJP ਕਹਿ ਰਹੀ ਹੈ ਵੀ MSP ਸਾਡੇ ਉੱਤੇ ਬੋਝ ਹੈ। ਇਹਦੇ ਵਾਸਤੇ ਲੋਕਾਂ ਨੂੰ ਜਾਣੂ ਕਰਾਉਣ ਵਾਸਤੇ ਸਰਕਾਰ ਦਾ ਮੁੱਖ ਏਜੰਡਾ ਇਹ ਸੀਗਾ ਵੀ ਘਰ ਘਰ ਨੌਕਰੀ ਦੇਣਾ। ਜਿਹੜਾ ਡੀਜ਼ਲ ਬਦਲਿਆ ਉਹਦੇ ਜਿਹੜੇ ਸੁਖਬੀਰ ਬਾਦਲ ਨੇ ਕਿਹਾ ਹੈ ਵੀ ਜੇ ਸਾਰੀ ਪਾਰਟੀਆਂ ਅਸੀਂ ਤਾਂ ਸਾਥ ਦੇਵਾਂਗੇ ਜੇ ਪੰਜਾਬ ਸਰਕਾਰ 10 ਰੁਪਏ ਵੈਟ ਘਟਾਓਗੇ। ਇੱਕ ਗੱਲ ਮੈਂ ਸੁਖਬੀਰ ਬਾਦਲ ਜੀ ਨੂੰ ਸਪੈਸੀਫਿਕਲੀ ਪੁੱਛਣਾ ਚਾਹੁੰਦਾ, ਪੰਜਾਬ ਨੇ ਅਕਾਲੀਆਂ ਦਾ ਵਿਗਾੜਿਆ ਕੀ ਹੈ? ਵੀ ਜਿੱਥੇ ਕਿਤੇ ਗੱਲ ਆਉਂਦੀ ਹੈ, ਕੈਪਟਨ ਸਾਹਿਬ ਕਹਿੰਦੇ ਵੀ ਪੰਜਾਬ ਦਾ ਜਿਹੜਾ ਬਣਦਾ GST ਦਾ ਬਕਾਇਆ ਦੇ ਦਿਓ, ਸੁਖਬੀਰ ਬਾਦਲ ਕਹਿੰਦੇ ਨਹੀਂ ਪਹਿਲਾਂ ਹਿਸਾਬ ਦਿਓ। ਜਿੱਥੇ ਕਿਤੇ 2 ਪੈਸੇ ਪੈਕੇਜ ਮੰਗਦੇ ਆ, ਕਹਿੰਦਾ ਨਹੀਂ ਜੀ ਪਹਿਲਾਂ ਹਿਸਾਬ ਦਿਓ। ਹੁਣ ਸੁਖਬੀਰ ਬਾਦਲ ਕਹਿੰਦੇ ਪੰਜਾਬ ਦੀ ਬੇੜੀਆਂ 'ਚ ਵੱਟੇ ਪਾਉਣ ਦਾ ਇਹਨਾਂ ਦੇ ਕੀ ਏਜੰਡਾ ਕੀ ਹੈ ਸੁਖਬੀਰ ਬਾਦਲ ਦਾ? ਵੀ ਅੱਜ ਜੋ ਸੱਤਾ ਤੋਂ ਬਾਹਰ ਹੈ ਪੰਜਾਬੀਆਂ ਨੂੰ ਮਾਰਨ ਦੀ ਤਿਆਰੀ ਹੈ।
ਇਹਦੇ ਵਿੱਚ ਮੇਨ ਜਿਹੜਾ ਕੰਪੋਨੈਂਟ ਹੈ ਐਕਸਾਈਜ਼ ਦਾ, ਵੈਟ ਦਾ, ਜਿਹੜਾ ਸੈਂਟਰ ਸਰਕਾਰ ਦਾ ਹੈ, ਉਹਦੇ ਵਿੱਚ ਸੈਂਟਰ ਸਰਕਾਰ ਆਪਣਾ ਹਿੱਸਾ ਦੇਵੇ, ਪੰਜਾਬ ਨੂੰ ਸਾਡਾ ਪੈਕੇਜ ਦੇਵੇ, ਉਹਦੇ ਤੇ ਅਸੀਂ ਲੋਕਾਂ ਦੀ ਮਦਦ ਕਰੀਏ, ਕਰਜ਼ਾ ਮਾਫ ਕਰੀਏ, ਇੱਥੇ विकास करिए। सुखबीर बादल जी ने अपनी मंशा क्लियर करनी चाहिए। बीमार होते हैं, देखें अपनी आंखों के सामने, 3 घंटे में हर समस्या का हल पाओ। 7 इल्मों के माहिर मौलाना इकबाल खान, मेरे किए को कोई काट नहीं सकता, काटने वाले को मुंह मांगा इनाम। परेशानी जैसे मन चाहा प्यार, पति पत्नी में अनबन, काले जादू से खात्मा, बीमारी में दवा का ना लगना, वशीकरण करवाओ, लॉटरी नंबर पाओ, धोखेबाज प्रेमी प्रेमिका, सौतन दुश्मन को अपनी आंखों के सामने तरफता देखें, प्रेमी प्रेमिका को मिलवाना हो, सौतन दुश्मन से छुटकारा, विदेश यात्रा में रुकावट, माता पिता को मनाना हो, संपर्क करो मोबाइल नंबर 8968859720 73475577173।